ਦੋਸਤੋ, ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ। ਦੋਸਤੋ, ਅੱਜ ਆਪਾਂ ਮੇਰੀ ਲਿਖੀ ਕਹਾਣੀ ਸਵਾਸਾਂ ਦਾ ਸਫ਼ਰ ਦਾ 8ਵਾਂ ਭਾਗ ਸੁਣਾਂਗੇ। ਪਿਛਲੇ 7ਵੇਂ ਭਾਗ ਦੇ ਵਿੱਚ ਅਸੀਂ ਸੁਣਿਆ ਕਿ ਜੁਗਨੂ ਬੜੇ ਆਦਰ ਸਹਿਤ ਆਪਣੇ ਸਹੁਰੇ ਘਰ ਦੇ ਵਿੱਚ ਆਈ ਅਤੇ ਆਪਣੇ ਪਿਆਰੇ ਪਤੀ ਜੁੱਗੀ ਨੂੰ ਮਿਲੀ। ਸੋ ਅੱਜ ਆਪਾਂ ਇਸ ਕਹਾਣੀ ਦਾ 8ਵਾਂ ਅਤੇ ਅਖੀਰਲਾ ਪਾਰਟ ਸੁਣਦੇ ਹਾਂ। ਅੱਜ ਦੀ ਸਵੇਰ ਦਾ ਦਿਨ ਚੜ੍ਹ ਗਿਆ ਸੀ। ਗੁਰਦੁਆਰੇ ਨਿਤਨੇਮ ਦੀ ਸਮਾਪਤੀ ਹੋ ਚੁੱਕੀ ਸੀ। ਗਿਆਨੀ ਜੀ ਨੇ ਹੁਕਮਨਾਮਾ ਸਾਰੇ ਪਿੰਡ ਦੀ ਸੰਗਤ ਨੂੰ ਸਪੀਕਰ ਵਿੱਚ ਪੜ੍ਹ ਕੇ ਸੁਣਾਇਆ ਸੀ। ਸਮਾਪਤੀ ਤੋਂ ਬਾਅਦ ਗਿਆਨੀ ਜੀ ਨੇ ਹੁਕਮਨਾਮਾ ਸਾਹਿਬ ਸਾਰੇ ਪਿੰਡ ਦੀ ਸੰਗਤ ਨੂੰ ਸਪੀਕਰ ਵਿੱਚ ਪੜ੍ਹ ਕੇ ਸੁਣਾਇਆ ਸੀ। ਹੁਕਮਨਾਮਾ ਸਾਹਿਬ ਦੇ ਅਖੀਰਲੇ ਬਚਨ ਇਹ ਸਨ: ਗੁਰ ਕਿਰਪਾ ਜੇ ਨਰ ਕੋ ਕੀਨੀ, ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਣੀ ਸੰਗ ਪਾਣੀ। ਸਭ ਨੇ ਚਾਹ ਪਾਣੀ ਪੀ ਲਿਆ ਸੀ। ਗੋਡੇ ਗੋਡੇ ਦਿਨ ਚੜ੍ਹ ਆਇਆ ਸੀ। ਮਾਮੇ ਮਾਮੀਆਂ ਸਭ ਜਾਣ ਨੂੰ ਤਿਆਰ ਬੈਠੇ ਸਨ। ਪਰ ਹੈਰਾਨੀ ਦੀ ਗੱਲ ਸੀ ਕਿ ਜੁੱਗੀ ਤੇ ਜੁਗਨੂ ਹਾਲੇ ਤੱਕ ਆਪਣੇ ਕਮਰੇ ਤੋਂ ਬਾਹਰ ਨਹੀਂ ਆਏ ਸਨ। ਅਕਤੂਬਰ ਦਾ ਮਹੀਨਾ ਸੀ। ਸਵੇਰ ਦੇ 9 ਵੱਜ ਗਏ ਸੀ। ਸਭ ਜੁੱਗੀ ਹੋਰਾਂ ਦੇ ਕਮਰੇ ਦੇ ਦਰਵਾਜ਼ੇ ਤੇ ਟਿਕਟਿਕੀ ਲਾ ਕੇ ਬੈਠੇ ਸਨ, ਪਰ ਦਰਵਾਜ਼ਾ ਖੁੱਲ੍ਹ ਨਹੀਂ ਰਿਹਾ ਸੀ। ਹਾਰ ਕੇ ਮਾਮੀ ਨੇ ਹਿੰਮਤ ਕਰਕੇ ਜਾ ਕੇ ਦਰਵਾਜ਼ੇ ਨੂੰ ਹੱਥ ਲਾਇਆ ਤਾਂ ਦਰਵਾਜ਼ਾ ਖੁੱਲ੍ਹਾ ਪਿਆ ਸੀ, ਅੰਦਰੋਂ ਬੰਦ ਨਹੀਂ ਸੀ। ਹੱਥ ਲਾਉਣ ਨਾਲ ਦਰਵਾਜ਼ੇ ਦੇ ਤਖਤੇ ਅੰਦਰ ਨੂੰ ਆਪਣੇ ਆਪ ਹੀ ਚਲੇ ਗਏ। ਮਾਮੀ ਨੇ ਅੰਦਰ ਧੌਣ ਕਰਕੇ ਦੇਖਿਆ ਕਿ ਝਾਤ ਮਾਰ ਕੇ ਦੇਖਿਆ ਕਿ ਜੁੱਗੀ ਤੇ ਜੁਗਨੂ ਇੱਕ ਦੂਜੇ ਨੂੰ ਜੱਫੀ ਪਾ ਕੇ ਪਏ ਸਨ। ਮਾਮੀ ਨੇ ਅੰਦਰ ਜਾ ਕੇ ਜੁੱਗੀ ਦੇ ਪੈਰ ਨੂੰ ਹਿਲਾ ਕੇ ਕਿਹਾ ਮਾਮੀ ਨੇ ਅੰਦਰ ਜਾ ਕੇ ਜੁੱਗੀ ਦੇ ਪੈਰ ਨੂੰ ਹਿਲਾ ਕੇ ਕਿਹਾ, ਜੁੱਗੀ ਉੱਠ, ਬਹੁਤ ਵੱਡਾ ਦਿਨ ਚੜ੍ਹ ਆਇਆ। ਦੂਜੀ ਵਾਰ ਫਿਰ ਚੰਗੀ ਤਰ੍ਹਾਂ ਹਿਲਾਇਆ ਤਾਂ ਦੋਵਾਂ ਵਿੱਚੋਂ ਕਿਸੇ ਨੇ ਕੋਈ ਵੀ ਹਰਕਤ ਨਾ ਕੀਤੀ। ਮਾਮੀ ਨੇ ਕਾਹਲੀ ਨਾਲ ਮੂੰਹ ਦੇ ਨੇੜੇ ਹੋ ਕੇ ਦੇਖਿਆ ਤਾਂ ਸਾਹਾਂ ਦੀ ਕੋਈ ਆਵਾਜ਼ ਨਹੀਂ ਆ ਰਹੀ ਸੀ ਅਤੇ ਸਰੀਰ ਬਿਲਕੁਲ ਠੰਡੇ ਪਏ ਸਨ। ਮਾਮੀ ਨੇ ਭੈਣ ਜੀ ਕਹਿ ਕੇ ਉੱਚੀ ਜੀ ਚੀਕ ਮਾਰੀ, ਜਿਸ ਨੂੰ ਸੁਣ ਕੇ ਘਰ ਦੀਆਂ ਕੰਧਾਂ ਕੰਬ ਗਈਆਂ। ਮਾਮੀ ਦੀ ਦਰਦ ਭਰੀ ਤੇ ਕੰਬਾ ਦੇਣ ਵਾਲੀ ਚੀਕ ਸੁਣ ਕੇ ਸਭ ਪਰਿਵਾਰ ਕਮਰੇ ਵੱਲ ਨੂੰ ਭੱਜ ਤੁਰਿਆ ਅਤੇ ਅੰਦਰ ਆ ਕੇ ਸਭ ਨੇ ਪੁੱਛਿਆ, ਕੀ ਹੋਇਆ, ਕੀ ਹੋਇਆ? ਮਾਮੀ ਨੇ ਜੁਗਨੂ ਤੇ ਜੁੱਗੀ ਵੱਲ ਇਸ਼ਾਰਾ ਕਰਕੇ ਆਖਿਆ, ਭੈਣ ਜੀ, ਅਸੀਂ ਲੁੱਟੇ ਗਏ। ਸੁਣ ਕੇ ਮਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ।
ਜੁੱਗੀ ਦੀ ਮਾਂ ਨੇ ਹੋਰ ਕੁਝ ਜਾਣਨ ਤੋਂ ਪਹਿਲਾਂ ਉਹਨਾਂ ਦੋਵਾਂ ਨੂੰ ਚੰਗੀ ਤਰ੍ਹਾਂ ਟੋਹ ਕੇ ਅਤੇ ਹਿਲਾ ਕੇ ਦੇਖਿਆ। ਦੋਵਾਂ ਦੇ ਸਰੀਰ ਬੇਜਾਨ ਸਨ। ਇਹ ਦੇਖ ਕੇ ਮਾਂ ਉੱਚੀ ਉੱਚੀ ਰੋਣ ਲੱਗੀ ਅਤੇ ਸਾਰੇ ਘਰ ਵਿੱਚ ਰੋਣਾ ਪਿੱਟਣਾ ਪੈ ਗਿਆ। ਜੁੱਗੀ ਦਾ ਮਾਮਾ ਆਪਣੀ ਭੈਣ ਨੂੰ ਗਲਵੱਕੜੀ ਵਿੱਚ ਲੈ ਕੇ ਭੁੱਬਾਂ ਮਾਰ-ਮਾਰ ਰੋਣ ਲੱਗਾ। ਰੋਣ ਕੁਰਲਾਟ ਦੀਆਂ ਚੀਕਾਂ ਘਰ ਤੋਂ ਬਾਹਰ ਤੱਕ ਜਾਂਦੀਆਂ ਸਨ। ਸੁਣਨ ਵਾਲੇ ਆਂਢੀ ਗੁਆਂਢੀ ਸਭ ਜੁੱਗੀ ਦੇ ਘਰ ਨੂੰ ਆਉਣ ਲੱਗੇ। ਦੇਖਦਿਆਂ ਦੇਖਦਿਆਂ ਘਰ ਦਾ ਵਿਹੜਾ ਭਰ ਗਿਆ। ਇਹ ਸਭ ਜਾਣਨ ਲਈ ਉਕਸਤ ਸਨ ਸਾਰੇ ਕਿ ਕੀ ਹੋਇਆ ਹੈ। ਕੰਮ ਵਾਲੀ ਮਾਈ ਜੋ ਪਿੰਡ ਦੀ ਹੀ ਸੀ, ਉਸਨੇ ਸਭ ਨੂੰ ਦੱਸਿਆ ਕਿ ਸਰਦਾਰਨੀ ਦੇ 9 ਪੁੱਤ ਦੀ ਇਕੱਠਿਆਂ ਹੀ ਮੌਤ ਹੋ ਗਈ ਹੈ। ਇਹ ਸੁਣ ਕੇ ਸਭ ਲੋਕ ਭੋਏ ਬੈਠ ਗਏ ਅਤੇ ਕੁਝ ਬੰਦਿਆਂ ਨੇ ਗੁਰਦੁਆਰੇ ਤੋਂ ਜਲਦੀ ਨਾਲ ਦਰੀਆਂ ਲੈ ਆਂਦੀਆਂ। ਕਈ ਬੰਦਿਆਂ ਨੇ ਗੁਰਦੁਆਰੇ ਤੋਂ ਜਲਦੀ ਨਾਲ ਦਰੀਆਂ ਲੈ ਆਂਦੀਆਂ ਅਤੇ ਵਿਹੜੇ ਵਿੱਚ ਵਿਛਾ ਦਿੱਤੀਆਂ। ਗਿਆਨੀ ਜੀ ਨੇ ਜੁੱਗੀ ਦੀ ਮੌਤ ਬਾਰੇ ਸਪੀਕਰ ਵਿੱਚ ਅਨਾਉਂਸ ਕਰ ਦਿੱਤਾ ਸੀ ਅਤੇ ਪਿੰਡ ਵਾਲੇ ਸੁਣ ਕੇ ਵਹੀਰਾਂ ਘੱਤੀ ਆ ਰਹੇ ਸਨ ਅਤੇ ਪਹਿਲਾਂ ਬੈਠੇ ਲੋਕਾਂ ਕੋਲੋਂ ਜਾਣਕਾਰੀ ਲੈ ਕੇ ਬੈਠ ਜਾਂਦੇ ਸਨ। ਅੰਦਰ ਕਮਰੇ ਵਿੱਚ ਜਾ ਕੇ ਕਿਸੇ ਨੇ ਕੁਝ ਨਹੀਂ ਦੇਖਿਆ ਸੀ। ਜ਼ਮੀਨ ਦਾ ਠੇਕੇਦਾਰ ਵੀ ਆ ਗਿਆ ਸੀ। ਉਸਨੇ ਅੰਦਰ ਜਾ ਕੇ ਸਭ ਪਤਾ ਕਰ ਲਿਆ ਅਤੇ ਬਾਹਰ ਆ ਕੇ ਸਭ ਨੂੰ ਬੈਠਣ ਲਈ ਆਖਿਆ। ਉਹ ਆਪ ਕਮਰੇ ਦੇ ਦਰਵਾਜ਼ੇ ਕੋਲ ਖੜਾ ਹੋ ਗਿਆ ਤਾਂ ਕਿ ਕੋਈ ਅੰਦਰ ਨਾ ਜਾ ਸਕੇ। ਮਾਮੇ ਨੇ ਕਿਹਾ, ਭੈਣ ਚੁੱਪ ਕਰ ਅਤੇ ਧੀਰਜ ਰੱਖ। ਪਹਿਲਾਂ ਆਪਾਂ ਇਹਨਾਂ ਦੋਵਾਂ ਦੇ ਸਰੀਰਾਂ ਨੂੰ ਅਲੱਗ-ਅਲੱਗ ਕਰ ਲਈਏ, ਨਹੀਂ ਤਾਂ ਲੋਕ ਅੰਦਰ ਆਉਣੇ ਸ਼ੁਰੂ ਹੋ ਜਾਣੇ ਆ। ਜ਼ਮੀਨ ਦਾ ਠੇਕੇਦਾਰ ਅਤੇ ਤੇਰੀ ਭਰਜਾਈ ਦਰਵਾਜ਼ੇ ਅੱਗੇ ਖੜੇ ਹਨ। ਉਹ ਕਿਸੇ ਨੂੰ ਅੰਦਰ ਨਹੀਂ ਆਉਣ ਦੇ ਰਹੇ। ਮਾਮਾ ਅਤੇ 3-4 ਬੀਬੀਆਂ ਅੰਦਰ ਸਨ। ਉਹਨਾਂ ਨੇ ਮਿਲ ਕੇ ਜੁਗਨੂ ਅਤੇ ਜੁੱਗੀ ਦੇ ਸਰੀਰਾਂ ਨੂੰ ਅਲੱਗ-ਅਲੱਗ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਸੀ। ਉਹਨਾਂ ਦੀਆਂ ਬਾਹਾਂ ਆਕੜ ਗਈਆਂ ਸਨ। ਜੁਗਨੂ ਤੇ ਜੁੱਗੀ ਦੀਆਂ ਬਾਹਾਂ ਆਕੜ ਗਈਆਂ ਸਨ ਅਤੇ ਉਹ ਮਰ ਕੇ ਵੀ ਅਲੱਗ-ਅਲੱਗ ਨਹੀਂ ਹੋ ਰਹੇ ਸੀ। ਉਹ ਜਿਸ ਪੋਜੀਸ਼ਨ ਵਿੱਚ ਰੋਂਦੇ ਰੋਂਦੇ ਸੁੱਤੇ ਸੀ, ਉਸੇ ਤਰ੍ਹਾਂ ਹੀ ਉਹਨਾਂ ਦੇ ਪ੍ਰਾਣ ਨਿਕਲ ਗਏ ਸੀ। ਜੁੱਗੂ ਅਤੇ ਜੁਗਨੀ ਜਿਸ ਪੋਜੀਸ਼ਨ ਵਿੱਚ ਰੋਂਦੇ ਰੋਂਦੇ ਸੁੱਤੇ ਸੀ ਰਾਤ, ਉਸੇ ਤਰ੍ਹਾਂ ਹੀ ਉਹਨਾਂ ਦੇ ਪ੍ਰਾਣ ਨਿਕਲ ਗਏ ਸਨ। ਜੁੱਗੀ ਤੇ ਜੁਗਨੂ ਰਾਤ ਭਰ ਇੱਕ ਦੂਜੇ ਦੇ ਗਲ ਲੱਗ ਕੇ ਸਿਸਕੀਆਂ ਭਰ ਭਰ ਰੋਂਦੇ ਰਹੇ ਸੀ। ਉਹਨਾਂ ਦੀ ਹਰ ਸਿਸਕੀ ਵਿੱਚ ਵਾਹਿਗੁਰੂ ਸ਼ਬਦ ਹੁੰਦਾ ਸੀ। ਉਹ ਨਾਮ ਜਪ ਜਪ ਕੇ ਦੰਪਤੀ ਭਾਵ ਪਤੀ ਪਤਨੀ ਦੇ ਰੂਪ ਵਿੱਚ ਗੁਰਬਾਣੀ ਅਨੁਸਾਰ ਉੱਚੀ ਅਵਸਥਾ ਵਿੱਚ ਪਹੁੰਚ ਗਏ ਸੀ। ਉਹ ਨਾਮ ਜਪ ਜਪ ਕੇ ਪਤੀ ਪਤਨੀ ਦੇ ਰੂਪ ਵਿੱਚ ਗੁਰਬਾਣੀ ਅਨੁਸਾਰ ਬਹੁਤ ਉੱਚੀ ਅਵਸਥਾ ਵਿੱਚ ਪਹੁੰਚ ਗਏ ਸੀ। ਜਿਵੇਂ ਸਤਿਗੁਰਾਂ ਦੀ ਬਾਣੀ ਦਾ ਬਚਨ ਹੈ, ਏਕ ਜੋਤ ਦੋਇ ਮੂਰਤੀ ਧਨ ਪਿਰ ਕਹੀਐ ਸੋਏ। ਭਾਵ ਕਿ ਉਹੀ ਪਤੀ ਪਤਨੀ ਕਹੇ ਜਾਂਦੇ ਹਨ ਜਿਨ੍ਹਾਂ ਦੇ ਦੋ ਸਰੀਰਾਂ ਵਿੱਚ ਆਤਮਾ ਇੱਕ ਹੁੰਦੀ ਹੈ। ਉਹ ਦੇਖਣ ਵਿੱਚ ਦੋ ਸਨ ਪਰ ਉਹ ਇੱਕ ਜੋਤ ਹੋ ਗਏ ਸੀ। ਅੱਜ ਕੱਲ੍ਹ ਜੁੱਗੀ ਤੇ ਜੁਗਨੂ ਦੇਖਣ ਵਿੱਚ ਤਾਂ ਦੋ ਸਨ ਪਰ ਉਹ ਇੱਕ ਜੋਤ ਹੋ ਗਏ ਸੀ।
ਸਾਰੀ ਰਾਤ ਉਹਨਾਂ ਨੇ ਰੋ ਰੋ ਕੇ ਵਿਛੋੜੇ ਦੇ ਦਰਦ ਨੂੰ ਮਹਿਸੂਸ ਕੀਤਾ ਸੀ। ਅੰਮ੍ਰਿਤ ਵੇਲਾ ਹੋ ਗਿਆ ਤਾਂ ਗੁਰਦੁਆਰੇ ਤੋਂ ਬਾਣੀ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਸੀ। ਅੰਮ੍ਰਿਤ ਵੇਲੇ ਦੀ ਬਾਣੀ ਸੁਣ ਸੁਣ ਕੇ ਉਹਨਾਂ ਨੂੰ ਸਕੂਨ ਜਿਹਾ ਆ ਰਿਹਾ ਸੀ। ਉਹਨਾਂ ਦਾ ਹਿਰਦਾ ਸ਼ਾਂਤ ਹੁੰਦਾ ਜਾ ਰਿਹਾ ਸੀ। ਸਿਸਕੀਆਂ ਤੇ ਸਾਹਾਂ ਦੀ ਕਿਰਿਆ ਵੀ ਸ਼ਾਂਤ ਹੁੰਦੀ ਜਾਂਦੀ ਸੀ। ਗੁਰਦੁਆਰੇ ਤੋਂ ਜਪਜੀ ਸਾਹਿਬ ਦੀਆਂ ਅਖੀਰਲੀਆਂ ਪੌੜੀਆਂ ਦੀ ਆਵਾਜ਼ ਆ ਰਹੀ ਸੀ। ਜਿਉਂ ਹੀ ਗਿਆਨੀ ਜੀ ਨੇ ਜਪਜੀ ਸਾਹਿਬ ਵਿਚਲੇ 5 ਖੰਡਾਂ ਦਾ ਵਰਣਨ ਕੀਤਾ, ਭਾਵ ਜਪਜੀ ਸਾਹਿਬ ਦੀ ਅਖੀਰਲੀਆਂ 5 ਪੌੜੀਆਂ ਪੜ੍ਹੀਆਂ, ਜਿਵੇਂ ਧਰਮਖੰਡ ਕਾ ਇਹੋ ਧਰਮ, ਦੂਜੀ ਪੌੜੀ ਗਿਆਨਖੰਡ ਮੈਂ ਗਿਆਨ ਪ੍ਰਚੰਡ, ਫਿਰ ਤੀਜੀ ਪੌੜੀ ਪੜੀ ਸਰਮਖੰਡ ਕੀ ਬਾਣੀ ਰੂਪ, ਫਿਰ ਗਿਆਨੀ ਜੀ ਨੇ ਚੌਥੀ ਪੌੜੀ ਪੜ੍ਹੀ ਜਪਜੀ ਸਾਹਿਬ ਦੀ ਕਰਮਖੰਡ ਕੀ ਬਾਣੀ ਜੋਰ। ਫਿਰ ਗਿਆਨੀ ਜੀ ਨੇ ਜਦ 5ਵੀਂ ਪੌੜੀ ਜਪਜੀ ਸਾਹਿਬ ਦੀ ਪੜ੍ਹੀ ਕਿ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਉਂਝ ਗਿਆਤ ਦੇ ਅਨੁਸਾਰ ਇਹਨਾਂ 5 ਪੌੜੀਆਂ ਦੇ ਅਰਥ ਇਸ ਤਰ੍ਹਾਂ ਬਣਦੇ ਆ। ਧਰਮਖੰਡ ਮਤਲਬ ਧਰਮਖੰਡ ਮੰਡਲ ਦੀ ਇਹੋ ਧਰਮ ਮਰਜ਼ਾਦਾ ਹੈ ਕਿ ਪਰਮੇਸ਼ਰ ਖੁਦ ਆਪ ਸੱਚਾ ਹੈ ਅਤੇ ਉਸ ਦੇ ਦਰਬਾਰ ਵਿੱਚ ਵੀ ਸੱਚਾ ਨਿਆਂ ਹੁੰਦਾ ਹੈ। ਉੱਥੇ ਕਬੂਲ ਹੋਏ ਹੀ ਸੁੰਦਰ ਲੱਗਦੇ ਹਨ। ਸੱਚਾਈ ਦੇ ਮੰਡਲ ਦਾ ਇਹੋ ਹੀ ਫਰਜ਼ ਹੈ। ਗਿਆਤਾ ਦੇ ਮੰਡਲ ਵਿੱਚ ਬ੍ਰਹਮ ਵਿਚਾਰ ਹੀ ਪ੍ਰਕਾਸ਼ਮਾਨ ਹੈ। ਉੱਥੇ ਇਲਾਹੀ ਕੀਰਤਨ ਗੂੰਜਦਾ ਰਹਿੰਦਾ ਹੈ ਅਤੇ ਕਰੋੜਾਂ ਆਨੰਦ ਪ੍ਰਾਪਤ ਹੁੰਦੇ ਆ। ਲੱਜਾ ਤੇ ਰੂਹਾਨੀ ਮੰਡਲ ਵਿੱਚ ਸ਼ਰਮ, ਹਜਾ ਅਤੇ ਲੱਜਾ ਵਾਲੀ ਬੋਲੀ ਨੂੰ ਸੁੰਦਰ ਮੰਨਿਆ ਜਾਂਦਾ ਹੈ। ਉੱਥੇ ਪ੍ਰੇਮ ਦੀ ਲਾਸਾਨੀ ਸੁੰਦਰ ਬਣਾਵਟ ਬਣਾਈ ਜਾਂਦੀ ਹੈ। ਕਰਮਖੰਡ ਮੰਡਲ ਦੇ ਬਖਸ਼ੇ ਸ਼ੁਭ ਕਰਮਾਂ ਨਾਲ ਭਰਪੂਰ ਬੰਦੇ ਦੀ ਬੋਲੀ ਵਿੱਚ ਰੂਹਾਨੀ ਬਲ ਹੁੰਦਾ ਹੈ। ਉੱਥੇ ਹੋਰ ਕੋਈ ਨਹੀਂ ਰਹਿੰਦਾ, ਸਿਰਫ ਯੋਧੇ ਸੂਰਮੇ ਪ੍ਰਭੂ ਦੀ ਸਿਫਤ ਵਿੱਚ ਸਿਉਂਤੇ ਹੋਏ ਸਾਧੂ ਸੰਤ ਉੱਥੇ ਰਹਿੰਦੇ ਅਤੇ ਆਨੰਦ ਮਾਣਦੇ ਹਨ। ਸਚਾਈ ਦੇ ਮੰਡਲ ਸੱਚਖੰਡ ਵਿੱਚ ਸ਼ਕਲ ਸੂਰਤ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਆਪ ਨਿਵਾਸ ਕਰਦਾ। ਉੱਥੇ ਉਸਨੇ ਸਾਰੀ ਸ੍ਰਿਸ਼ਟੀ ਦੀ ਕਿਰਿਆ ਨੂੰ ਆਪਣੇ ਬੰਧਨ ਵਿੱਚ ਰੱਖਿਆ ਹੋਇਆ ਅਤੇ ਸ੍ਰਿਸ਼ਟੀ ਨੂੰ ਵੇਖ ਕੇ ਉਹ ਨਿਹਾਲ ਹੁੰਦਾ। ਇਹ ਪੰਜੇ ਖੰਡ ਸੱਚਖੰਡ ਦਾ ਹੀ ਹਿੱਸਾ ਹਨ। ਸੋ ਜਦੋਂ ਗੁਰਦੁਆਰਾ ਸਾਹਿਬ ਗਿਆਨੀ ਜੀ ਜਪਜੀ ਸਾਹਿਬ ਦੀਆਂ ਇਹ ਅਖੀਰਲੀਆਂ ਪੌੜੀਆਂ ਪੜ੍ਹ ਰਹੇ ਸਨ, ਉਸ ਸਮੇਂ ਜੁਗੀ ਅਤੇ ਜੁਗਨੂ ਦੇ ਸਰੀਰ ਦਰਦ ਦੇ ਅਹਿਸਾਸ ਤੋਂ ਸ਼ਾਂਤੀ ਮਹਿਸੂਸ ਕਰ ਰਹੇ ਸਨ। ਤਾਂ ਉਸ ਵੇਲੇ ਜੁਗੀ ਤੇ ਜੁਗਨੂ ਦੇ ਸਰੀਰਾਂ ਵਿੱਚੋਂ ਆਤਮਾ ਅਲੱਗ ਹੋ ਗਈਆਂ ਸਨ। ਜਦ ਉਹਨਾਂ ਦੀਆਂ ਆਤਮਾਵਾਂ ਨੇ ਆਪਣੇ ਸਰੀਰ ਨੂੰ ਪਿੱਛੇ ਮੁੜ ਕੇ ਦੇਖਿਆ ਅਤੇ ਵਿਚਾਰਿਆ ਕਿ ਇਸ ਸਰੀਰ ਦੇ ਆਖੇ ਲੱਗ ਕੇ ਉਹ ਪਾਪ ਕਰਦੇ ਰਹੇ ਹਨ, ਜਿਸ ਨੂੰ ਬੰਦਾ ਨਾਲ ਵੀ ਨਹੀਂ ਲਿਜਾ ਸਕਦਾ। ਫਿਰ ਉਹਨਾਂ ਨੇ ਸਰੀਰ ਨੂੰ ਇਹ ਜਾਣ ਕੇ ਨਮਸਕਾਰ ਕੀਤੀ ਕਿ ਗੁਰੂ ਜੀ ਨੇ ਆਤਮਾ ਦੇ ਰਹਿਣ ਲਈ ਸਰੀਰ ਨੂੰ ਕੋਠਾ ਬਣਾਇਆ। ਮਨ ਕੋਠਾ ਤਨ ਛੱਤ। ਸਰੀਰ ਨਾ ਹੋਵੇ ਤਾਂ ਆਤਮਾ ਕਿੱਥੇ ਰਹਿ ਕੇ ਚੰਗੇ ਕਰਮ ਕਮਾਵੇ। ਇਹਨਾਂ ਦੋਵਾਂ ਨੇ ਜ਼ਿੰਦਗੀ ਦੇ ਅੰਤਮ ਪੜਾਅ ਉੱਤੇ ਨਾਮ ਜਪ ਜਪ ਕੇ ਆਪਣੇ ਆਪ ਨੂੰ ਮੋਕਸ਼ ਪਦ ਪ੍ਰਾਪਤ ਕਰਨ ਦੇ ਯੋਗ ਬਣਾ ਲਿਆ ਸੀ। ਇਸ ਲਈ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਇਸ ਵਾਲੀ ਅਵਸਥਾ ਵਿੱਚ ਲੀਨ ਹੋ ਗਏ ਸਨ ਉਹ। ਉਧਰ ਜਦੋਂ ਗਿਆਨੀ ਜੀ ਨੇ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਦੀਆਂ ਪੰਗਤੀਆਂ ਪੜ੍ਹੀਆਂ,
ਅਤੇ ਇੱਧਰ ਦੋ ਆਤਮਾਵਾਂ ਨਾਮ ਜਪਣ ਦੀਆਂ ਮਸ਼ੱਕਤਾਂ ਘਾਲ ਕੇ, ਭਾਵ ਨਾਮ ਦੀਆਂ ਕਮਾਈਆਂ ਕਰਕੇ, ਆਪਣੇ ਗੁਨਾਹਾਂ ਤੋਂ ਉੱਚੇ ਉੱਠ ਕੇ, ਪਾਪਾਂ ਤੋਂ ਰਹਿਤ ਉਜਲੇ ਮੁਖ ਲੈ ਕੇ, ਨਾਮ ਜਪਣ ਵਾਲੇ ਹੋਰਨਾਂ ਗੁਰਮੁਖਾਂ ਵਾਂਗ ਬੰਧਨਾਂ ਤੋਂ ਸੁਰਖਰੂ ਹੋ ਕੇ, ਨਾਸ਼ਵਾਨ ਸਰੀਰ ਤੋਂ ਛੁੱਟੀਆਂ ਕਰਕੇ, ਨਾਸ਼ਵਾਨ ਸੰਸਾਰ ਤੋਂ ਛੁੱਟੀਆਂ ਕਰਕੇ ਪ੍ਰਭੂ ਦੀ ਦਰਗਾਹ ਸੱਚਖੰਡ ਵਿੱਚ ਜਾ ਬਰਾਜੇ ਅਤੇ ਪਰਮਾਤਮਾ ਦੀ ਜੋਤ ਵਿੱਚ ਲੀਨ ਹੋ ਗਏ। ਇਸ ਤਰ੍ਹਾਂ ਜੁਗਨੂ ਦੇ ਸਵਾਸਾਂ ਨੇ ਆਪਣਾ ਸਫ਼ਰ ਤੈਅ ਕਰ ਲਿਆ ਸੀ। ਇਸ ਤਰ੍ਹਾਂ ਜੁਗਨੂ ਦੇ ਸਵਾਸਾਂ ਨੇ ਆਪਣਾ ਸਫ਼ਰ ਤੈਅ ਕਰ ਲਿਆ ਸੀ। ਉਸ ਦੇ ਭਟਕਦੇ ਹੋਏ ਸਵਾਸ ਆਪਣੀ ਹੋਂਦ ਤੋਂ ਦੂਰ ਜਾ ਕੇ ਦੁੱਖਾਂ ਵਿੱਚ ਘਿਰ ਗਏ ਸਨ। ਜਦ ਉਸ ਦੇ ਸਵਾਸਾਂ ਨੂੰ ਸੇਧ ਮਿਲੀ ਅਤੇ ਰਸਤਾ ਮਿਲ ਗਿਆ ਤਾਂ ਉਹ ਪਛਤਾਵਾ ਕਰਦੇ ਹੋਏ ਆਪਣੀ ਮੰਜ਼ਿਲ ਉੱਤੇ ਵਾਪਸ ਪਹੁੰਚ ਗਏ। ਉਸ ਦੇ ਸਵਾਸਾਂ ਦੀ ਮੰਜ਼ਿਲ ਰੱਬ ਨਾਲ ਜੁੜਨ ਤੋਂ ਬਾਅਦ ਜੁੱਗੀ ਦੀਆਂ ਬਾਹਾਂ ਵਿੱਚ ਸਨ। ਉਸ ਦੇ ਸਵਾਸਾਂ ਦੀ ਮੰਜ਼ਿਲ ਰੱਬ ਨਾਲ ਜੁੜਨ ਤੋਂ ਬਾਅਦ ਜੁੱਗੀ ਦੀਆਂ ਬਾਹਾਂ ਸਨ। ਵਿਧਾਤਾ ਨੇ ਜੁਗਨੂ ਦੇ ਲੇਖ ਹੀ ਇਹੋ ਜਿਹੇ ਲਿਖੇ ਸਨ ਕਿ ਉਹ ਆਪਣੇ ਅੰਸ਼ ਤੱਤ ਜੁੱਗੀ ਤੋਂ ਦੂਰ ਨਾ ਭੱਜ ਸਕੀ। ਭਟਕਣਾ ਵਿੱਚ ਭਟਕ ਕੇ ਜੁਗਨੂ ਦੇ ਸਵਾਸ ਨਾਮ ਬਾਣੀ ਦੇ ਆਸਰੇ ਆਪਣੀ ਮੰਜ਼ਿਲ ਉੱਤੇ ਪਹੁੰਚ ਗਏ ਸੀ। ਛੋਟੀ ਉਮਰੇ ਹੀ ਜੁਗਨੂ ਦੇ ਸਵਾਸਾਂ ਨੇ ਬਹੁਤ ਲੰਮਾ ਸਫ਼ਰ ਤੈਅ ਕਰ ਲਿਆ ਸੀ। ਜੁਗਨੂ ਦੇ ਸਵਾਸਾਂ ਦਾ ਸਫ਼ਰ ਪੂਰਾ ਹੋ ਗਿਆ ਅਤੇ ਉਹ ਆਪਣੇ ਪਤੀ ਸਮੇਤ ਪਿਆਰੇ ਪ੍ਰੀਤਮ ਦੇ ਦੇਸ਼ ਪਹੁੰਚ ਗਈ ਸੀ। ਮਾਮੇ ਅਤੇ ਮਾਂ ਨੇ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਸਰੋਂ ਦਾ ਤੇਲ ਲੈ ਕੇ ਹੋਰਨਾਂ ਇਸਤਰੀਆਂ ਦੀ ਮਦਦ ਨਾਲ ਉਹਨਾਂ ਦੇ ਅੰਗਾਂ ਉੱਤੇ ਮਾਲਿਸ਼ ਕੀਤੀ ਅਤੇ ਬਾਹਾਂ ਨੂੰ ਸਿੱਧੀਆਂ ਕਰਕੇ ਦੋਹਾਂ ਸਰੀਰਾਂ ਨੂੰ ਅੱਡ ਅੱਡ ਕਰ ਦਿੱਤਾ ਅਤੇ ਦੋਹਾਂ ਉੱਤੇ ਵੱਖਰਾ ਵੱਖਰਾ ਕੱਪੜਾ ਪਾ ਕੇ ਮੂੰਹ ਸਮੇਤ ਢੱਕ ਦਿੱਤਾ। ਜੁਗਨੂ ਦੇ ਮਾਂ-ਪਿਓ ਨੂੰ ਫੋਨ ਕਰਕੇ ਜਲਦੀ ਆਉਣ ਲਈ ਕਿਹਾ। ਸਰਦਾਰ ਗੁਰਮੁਖ ਸਿੰਘ ਜੀ ਸਹੋਤਾ ਨੂੰ ਵੀ ਫੋਨ ਕਰਕੇ ਦੱਸ ਦਿੱਤਾ ਕਿ ਜੁੱਗੀ ਤੇ ਜੁਗਨੂ ਨੇ ਇੱਕੋ ਸਮੇਂ ਆਪਣੇ ਪ੍ਰਾਣ ਤਿਆਗ ਦਿੱਤੇ ਹਨ। ਉਸ ਸਮੇਂ ਲੈਂਡਲਾਈਨ ਫੋਨ ਹੁੰਦੇ ਸਨ। ਸਭ ਰਿਸ਼ਤੇਦਾਰਾਂ ਵਿੱਚ ਫੋਨ ਕਰਕੇ ਖਬਰਾਂ ਦਿੱਤੀਆਂ ਗਈਆਂ। ਸਭ ਵਾਹੋ ਦਾ ਹੀ 2-3 ਵਜੇ ਤੱਕ ਪਹੁੰਚ ਗਏ ਸਨ। ਜੁੱਗੀ ਤੇ ਜੁਗਨੂ ਦੇ ਮ੍ਰਿਤਕ ਸਰੀਰਾਂ ਨੂੰ ਕਮਰੇ ਤੋਂ ਬਾਹਰ ਲਿਆ ਕੇ ਧਰਤੀ ਉੱਪਰ ਰੱਖ ਦਿੱਤਾ ਗਿਆ ਸੀ। ਜੁੱਗੀ ਦੀ ਮਾਂ ਅਤੇ ਜੁਗਨੀ ਦੀ ਮਾਂ ਦੇ ਕੀਰਨੇ ਲੋਕਾਂ ਕੋਲੋਂ ਸੁਣੇ ਨਹੀਂ ਜਾਂਦੇ ਸਨ। ਉਹਨਾਂ ਦੀਆਂ ਚੀਕਾਂ ਅਸਮਾਨ ਪਾੜਦੀਆਂ ਸਨ। ਸਰਦਾਰ ਜੀ ਵੀ ਪਰਿਵਾਰ ਸਮੇਤ ਆ ਗਏ ਸਨ। ਉਹਨਾਂ ਦੇ ਨਾਲ ਦਾਰ ਜੀ ਦਾ ਨੇਪਾਲੀ ਰਸੋਈਆ ਅਤੇ ਯੂਪੀ ਦਾ ਭਈਆ ਮਾਲੀ ਵੀ ਸੀ। ਦੀਦੀ ਦੀਦੀ ਕਹਿ ਕੇ ਬੁਲਾ ਰਹੇ ਸਨ ਅਤੇ ਕਹਿੰਦੇ ਸੀ, ਦੀਦੀ तुम हमें छोड़कर क्यों चले गए? हमें पता होता तो हम आपको चंडीगढ़ से कभी ना आने देते। दार जी दे दोस्त SSP सरदार ਗੁਰਬਖਸ਼ ਸਿੰਘ ਸੋਢੀ ਵੀ ਪੁਲਿਸ ਫੋਰਸ ਸਮੇਤ ਆਏ ਸੀ। ਦਾਰ ਜੀ ਮਾਮੇ ਅਤੇ ਪ੍ਰਤਾਪ ਸਿੰਘ ਨੂੰ ਮਿਲੇ
ਅਤੇ ਜੁੱਗੀ ਦੀ ਮਾਂ ਨੂੰ ਵੀ ਮਿਲ ਕੇ ਧੀਰਜ ਦਿੱਤਾ ਅਤੇ ਸਾਰੀ ਗੱਲ ਦੀ ਚੰਗੀ ਤਰ੍ਹਾਂ ਜਾਣਕਾਰੀ ਪ੍ਰਾਪਤ ਕੀਤੀ। ਫਿਰ ਸਰਦਾਰ ਜੀ ਨੇ ਖੜੇ ਹੋ ਕੇ ਹੱਥ ਜੋੜ ਕੇ ਸਭ ਨੂੰ ਬੇਨਤੀ ਕੀਤੀ ਕਿ ਭੈਣੋ ਤੇ ਭਰਾਵੋ, ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ, ਇਹ ਸੱਚ ਹੈ ਕਿ ਜਵਾਨ ਜਹਾਨ ਮੌਤ ਦਾ ਦੁੱਖ ਮਾਪਿਆਂ ਅਤੇ ਸਭ ਵਾਸਤੇ ਬਹੁਤ ਬੁਰਾ ਹੁੰਦਾ ਹੈ, ਪਰ ਸਾਨੂੰ ਰੋਣਾ ਨਹੀਂ ਚਾਹੀਦਾ। ਉਹਨਾਂ ਵਾਸਤੇ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ, ਨਾ ਕਿ ਰੋ ਧੋ ਕੇ ਉਹਨਾਂ ਦੀਆਂ ਆਤਮਾਵਾਂ ਨੂੰ ਦੁੱਖ ਦੇਣਾ ਚਾਹੀਦਾ। ਗੁਰਬਾਣੀ ਵਿੱਚ ਲਿਖਿਆ ਕਿ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਉਹਨਾਂ ਦੀ ਉਮਰ ਭਾਵੇਂ ਛੋਟੀ ਹੈ, ਪਰ ਉਹ ਆਪਣਾ ਜਨਮ ਸਫਲਾ ਕਰਕੇ ਦਰਗਾਹ ਨੂੰ ਗਏ ਹਨ। ਜਿਵੇਂ ਉਹ ਭਗਤੀ ਤੇ ਸੇਵਾ ਕਰਦੇ ਸੀ, ਉਸ ਹਿਸਾਬ ਨਾਲ ਉਹਨਾਂ ਨੇ ਸੱਚਖੰਡ ਵਿੱਚ ਜਾ ਕੇ ਆਪਣਾ ਟਿਕਾਣਾ ਮੱਲ ਲਿਆ। ਕਾਕਾ ਜੋਗਵਿੰਦਰ ਸਿੰਘ ਨਾਮ ਜਪਣ ਵਾਲਾ ਅਤੇ ਗੁਰੂ ਘਰ ਦੀ ਸੇਵਾ ਕਰਨ ਵਾਲਾ ਚੰਗਾ ਬੰਦਾ ਸੀ ਅਤੇ ਬੇਟੀ ਜੁਗਨਜੀਤ ਵੀ ਨਾਮ ਜਪਣ ਵਾਲੀ ਅਤੇ ਸਾਸ ਸਿਮਰਨ ਕਰਨ ਵਾਲੀ ਸੀ। ਉਸਨੇ ਵਾਹਿਗੁਰੂ ਸਿਮਰਨ ਕਰਕੇ ਬਹੁਤ ਅਵਸਥਾ ਪ੍ਰਾਪਤ ਕਰ ਲਈ ਸੀ। ਉਹ ਹਮੇਸ਼ਾ ਕਹਿੰਦੀ ਸੀ ਕਿ ਪਿਤਾ ਜੀ, ਹੁਣ ਮੇਰਾ ਇਸ ਕੂੜੀ ਦੁਨੀਆ ਵਿੱਚ ਜੀ ਨਹੀਂ ਲੱਗਦਾ। ਹੁਣ ਮੈਂ ਆਪਣੇ ਪਤੀ ਪਾਸ ਜਾ ਕੇ ਆਪਣੀ ਦੇਹ ਦਾ ਤਿਆਗ ਕਰਨਾ ਚਾਹੁੰਦੀ ਹਾਂ। ਮੈਂ ਉਸ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦਾ ਜ਼ਰੂਰ ਸੀ, ਪਰ ਕਦੇ ਇੱਥੋਂ ਤੱਕ ਨਹੀਂ ਸੋਚਿਆ ਸੀ ਕਿ ਇਸ ਤਰ੍ਹਾਂ ਵੀ ਹੋ ਸਕਦਾ। ਜੋਗਵਿੰਦਰ ਤਾਂ ਉਸ ਤੋਂ ਵੀ 4 ਕਦਮ ਅੱਗੇ ਨਿਕਲਿਆ ਕਿ ਉਸਨੇ ਆਪਣੀ ਪਤਨੀ ਦਾ ਇੱਕ ਪਲ ਵੀ ਵਿਛੋੜਾ ਨਾ ਸਹਾਰਿਆ ਅਤੇ ਨਾਲ ਹੀ ਆਪਣੇ ਪ੍ਰਾਣ ਤਿਆਗ ਦਿੱਤੇ। ਸਾਈ ਸੁਹਾਗਣ ਜਾਂ ਪ੍ਰਿਆ ਭਾਣੀ ਵਾਲੀ ਗੱਲ ਹੋ ਗਈ ਅਤੇ ਉਹ ਦੋਵੇਂ ਆਪਣੇ ਪਤੀ ਪਤਨੀ ਦੇ ਰਿਸ਼ਤੇ ਦੀ ਅਮਿੱਟ ਦਾਸਤਾਨ ਇਸ ਦੁਨੀਆ ਉੱਤੇ ਛੱਡ ਗਏ ਹਨ। ਮੇਰੀ ਇੱਕ ਹੋਰ ਬੇਨਤੀ ਹੈ, ਜੁੱਗੀ ਦੇ ਮਾਤਾ ਭੈਣ ਜੀ ਅਤੇ ਜੁਗਨੂ ਦੇ ਪਿਤਾ ਸਰਦਾਰ ਪ੍ਰਤਾਪ ਸਿੰਘ ਦੇ ਚਰਨਾਂ ਵਿੱਚ, ਕਿ ਇਸ ਦੰਪਤੀ ਜੋੜੇ ਦਾ ਇਕੱਠਿਆਂ ਦਾ ਸੰਸਕਾਰ ਕੀਤਾ ਜਾਏ। ਹੁਣ ਮੈਂ ਗਿਆਨੀ ਜੀ ਨੂੰ ਬੇਨਤੀ ਕਰਦਾ ਕਿ ਉਹ ਸੁਖਮਨੀ ਸਾਹਿਬ ਦਾ ਪਾਠ ਕਰਕੇ ਸਾਰੀ ਸੰਗਤ ਨੂੰ ਸੁਣਾਉਣ। ਇਹ ਕਹਿ ਕੇ ਦਾਰ ਜੀ ਬੈਠ ਗਏ। ਕਈਆਂ ਨੇ ਸਰਦਾਰ ਸਹੋਤਾ ਨੂੰ ਪਹਿਲੀ ਵਾਰ ਇੰਨੀ ਨੇੜੇ ਦੇਖਿਆ ਸੀ। ਦਾਰ ਜੀ ਦੀ ਗੱਲ ਸਭ ਦੇ ਮਨ ਨੂੰ ਭਾ ਗਈ ਸੀ। ਜੁੱਗੀ ਦੀ ਮਾਂ ਨੇ ਕਿਹਾ, ਦਾਰ ਜੀ, ਤੁਸੀਂ ਰੱਬ ਨੂੰ ਜਾਣਨ ਵਾਲੇ ਬੰਦੇ ਹੋ, ਤੁਹਾਨੂੰ ਜਿਵੇਂ ਠੀਕ ਲੱਗਦਾ ਉਵੇਂ ਕਰੋ। ਮਾਮੇ ਨੇ ਵੀ ਭੈਣ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ। ਪ੍ਰਤਾਪ ਸਿੰਘ ਵਾਸਤੇ ਤਾਂ ਦਾਰ ਜੀ ਹੀ ਕਰਤਾ ਧਰਤਾ ਸਨ। ਪਿੰਡ ਦੇ ਮੋਹਰੀ ਬੰਦਿਆਂ ਨੇ ਅੱਗੇ ਲੱਗ ਕੇ ਪਿੰਡ ਵਿੱਚੋਂ ਲੱਕੜਾਂ ਇਕੱਠੀਆਂ ਕੀਤੀਆਂ ਅਤੇ ਸਿਵਿਆਂ ਵਿੱਚ ਇੱਕ ਵੱਡੀ ਸਾਰੀ ਚਿਖਾ ਚਿਣ ਦਿੱਤੀ। 4-5 ਬੰਦਿਆਂ ਨੂੰ ਸਿਵਿਆਂ ਵਿੱਚ ਛੱਡ ਕੇ ਕੁਝ ਬੰਦਿਆਂ ਨੇ ਘਰ ਆ ਦੱਸਿਆ ਕਿ ਸਭ ਤਿਆਰੀਆਂ ਹੋ ਗਈਆਂ। ਜੁੱਗੀ ਅਤੇ ਜੁਗਨੂ ਦੀਆਂ ਦੇਹਾਂ ਦਾ ਇਸ਼ਨਾਨ ਕਰਾ ਕੇ ਸਾਫ ਸੁਥਰੇ ਚਿੱਟੇ ਬਸਤਰ ਪਵਾਏ ਗਏ। ਕੁਝ ਇਸਤਰੀਆਂ ਕਹਿ ਰਹੀਆਂ ਸਨ ਕਿ ਬਹੂ ਦੇ ਸਿਰ ਵਿੱਚ ਥੋੜ੍ਹਾ ਸੰਧੂਰ ਪਾਓ ਅਤੇ ਹੱਥਾਂ ਦੀਆਂ ਤਲੀਆਂ ਉੱਤੇ ਮਹਿੰਦੀ ਵੀ ਲਾਓ। ਜੁੱਗੀ ਦੀ ਮਾਂ ਅਤੇ ਜੁਗਨੀ ਦੀ ਮਾਂ ਨੇ ਸਭ ਨੂੰ ਸਾਫ਼ ਜਵਾਬ ਦੇ ਦਿੱਤਾ ਕਿ ਅਸੀਂ ਆਪਣੇ ਬੱਚਿਆਂ ਦੀ ਇੱਛਾ ਦੇ ਉਲਟ ਨਹੀਂ ਜਾਵਾਂਗੇ।
ਮਰਨ ਜਿਉਣ ਤਾਂ ਬਣਿਆ ਹੀ ਆਇਆ, ਕੋਈ ਪਹਿਲਾਂ ਤੇ ਕੋਈ ਮਗਰੋਂ। ਜੁਗਨੀ ਦੀ ਮਾਂ ਨੂੰ ਉਸ ਦੀਆਂ ਗੱਲਾਂ ਹੁਣ ਯਾਦ ਆਉਂਦੀਆਂ ਸਨ। ਜਦੋਂ ਜੁਗਨੀ ਨੇ ਆਖਿਆ ਸੀ, ਮਾਂ ਮੇਰੇ ਪਿਆਰੇ ਨੂੰ ਤਾਂ ਮੇਰਾ ਇਹੋ ਹੀ ਰੰਗ ਮਨਜ਼ੂਰ ਹੈ, ਬਾਕੀ ਰੰਗ ਤਾਂ ਦੁਨੀਆ ਦੇ ਹਨ। ਹੁਣ ਉਸ ਨੂੰ ਉਹਨਾਂ ਗੱਲਾਂ ਦਾ ਮਤਲਬ ਸਮਝ ਆ ਗਿਆ ਸੀ। ਜੁੱਗੀ ਅਤੇ ਜੁਗਨੀ ਦੀਆਂ ਅਰਥੀਆਂ ਬਰਾਬਰ ਬਰਾਬਰ ਤੋਰੀਆਂ ਗਈਆਂ ਸਨ। ਰਸਤੇ ਵਿੱਚ ਘੜੀ ਵੀ ਨਾ ਭੰਨੀ, ਚਿਖਾ ਉੱਪਰ ਦੋਵਾਂ ਨੂੰ ਬਰਾਬਰ ਰੱਖ ਕੇ ਉੱਪਰ ਲੱਕੜਾਂ ਚਿਣ ਦਿੱਤੀਆਂ ਗਈਆਂ। ਅਰਦਾਸ ਤੋਂ ਬਾਅਦ ਜੁੱਗੀ ਦੇ ਮਾਮੇ ਅਤੇ ਜੁਗਨੂ ਦੇ ਪਿਤਾ ਸਰਦਾਰ ਪ੍ਰਤਾਪ ਸਿੰਘ ਨੇ ਚਿਖਾ ਨੂੰ ਅਗਨੀ ਦਿਖਾਈ। ਸੰਸਕਾਰ ਹੋ ਜਾਣ ਤੋਂ ਬਾਅਦ ਸੋਹਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਹੋਇਆ। ਉਪਰੰਤ ਅਰਦਾਸ ਹੋਈ ਅਤੇ ਸਭ ਲੋਕ ਗੁਰਦੁਆਰਾ ਸਾਹਿਬ ਆਏ। ਅਲਾਣੀਆਂ ਦੇ ਪਾਠ ਤੋਂ ਬਾਅਦ ਭੋਗ ਪਿਆ ਅਤੇ ਬਾਅਦ ਵਿੱਚ ਸਾਰੀ ਸੰਗਤ ਨੂੰ ਦੁਸਹਿਰੇ ਦੇ ਭੋਗ ਦਾ ਦਿਨ ਨਿਸ਼ਚਿਤ ਕਰਕੇ ਦੱਸ ਦਿੱਤਾ ਗਿਆ। ਫਿਰ ਪ੍ਰਸ਼ਾਦ ਲੈ ਕੇ ਸਭ ਲੋਕ ਆਪੋ ਆਪਣੇ ਘਰੇ ਚਲੇ ਗਏ। 10ਵੇਂ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਿਆ। ਬਹੁਤ ਭਾਰੀ ਇਕੱਠ ਹੋਇਆ। ਲੋਕ ਇਹ ਜਾਣਨ ਵਾਸਤੇ ਆਏ ਸਨ ਕਿ ਪਤੀ ਪਤਨੀ ਨੇ ਇਕੱਠਿਆਂ ਪ੍ਰਾਣ ਤਿਆਗੇ, ਕਿ ਪਤੀ ਪਤਨੀ ਨੇ ਕਿਵੇਂ ਇਕੱਠਿਆਂ ਨੇ ਪ੍ਰਾਣ ਤਿਆਗੇ ਅਤੇ ਕਿਵੇਂ ਉਹਨਾਂ ਦਾ ਇਕੱਠਿਆਂ ਦਾ ਸੰਸਕਾਰ ਹੋਇਆ। ਐਸਾ ਕਦੀ ਪਹਿਲਾਂ ਨਹੀਂ ਹੋਇਆ ਸੀ ਅਤੇ ਕਦੇ ਕਿਸੇ ਨੇ ਦੇਖਿਆ ਵੀ ਨਹੀਂ ਸੀ। ਲੋਕਾਂ ਵਾਸਤੇ ਇਹ ਅਚੰਭੇ ਵਾਲੀ ਗੱਲ ਸੀ। ਫੁੱਲ ਵੀ ਦੋਵਾਂ ਦੇ ਰਲਵੇਂ ਹੀ ਚੁਗੇ ਗਏ ਸਨ। ਦੋਵੇਂ ਪਰਿਵਾਰ ਮਿਲ ਕੇ ਕੀਰਤਪੁਰ ਸਾਹਿਬ ਜਲ ਪ੍ਰਵਾਹ ਕਰ ਆਏ ਸਨ। ਜੁੱਗੀ ਤੇ ਜੁਗਨੂ ਦੀ ਮੌਤ ਬਹੁਤ ਸਾਰੇ ਇਸਤਰੀਆਂ ਅਤੇ ਪੁਰਸ਼ਾਂ ਵਾਸਤੇ ਪ੍ਰੇਰਨਾ ਬਣ ਗਈ ਸੀ ਅਤੇ ਧਰਮ ਦੇ ਪ੍ਰਚਾਰਕਾਂ ਵਾਸਤੇ ਪ੍ਰਚਾਰ ਕਰਨ ਦਾ ਸਾਧਨ ਬਣ ਗਈ ਸੀ। ਧਰਮ ਪ੍ਰਚਾਰਕ ਜੁੱਗੀ ਤੇ ਜੁਗਨੂ ਦੇ ਪ੍ਰਮਾਣ ਦੇ ਦੇ ਕੇ ਸੱਚੀ ਤੇ ਝੂਠੀ ਜ਼ਿੰਦਗੀ ਦਾ ਨਿਸਤਾਰਾ ਕਰਦੇ ਸਨ। ਧਰਮ ਦੇ ਪ੍ਰਚਾਰਕ, ਹਰ ਧਰਮ ਦੇ ਪ੍ਰਚਾਰਕ ਜੁੱਗੀ ਹਰ ਧਰਮ ਦੇ ਪ੍ਰਚਾਰਕ ਜੁੱਗੀ ਤੇ ਜੁਗਨੂ ਦੇ ਪ੍ਰਮਾਣ ਦੇ ਦੇ ਕੇ ਸੱਚੀ ਤੇ ਝੂਠੀ ਜ਼ਿੰਦਗੀ ਦਾ ਨਿਸਤਾਰਾ ਕਰਦੇ ਸਨ। ਪਿੰਡ ਦੇ ਲੋਕ ਗਲੀਆਂ ਦੇ ਮੋੜਾਂ ਉੱਤੇ ਬੈਠ ਕੇ ਪਿੰਡਾਂ ਦੇ ਲੋਕ ਗਲੀਆਂ ਦੇ ਮੋੜਾਂ ਉੱਤੇ ਬੈਠ ਕੇ ਉਹਨਾਂ ਦੇ ਸੱਚੇ ਰਿਸ਼ਤੇ ਦੀਆਂ ਗੱਲਾਂ ਕਰਦੇ ਸਨ। ਪ੍ਰੇਮੀ ਅਤੇ ਨਵੇਂ ਵਿਆਹੇ ਜੋੜੇ ਉਹਨਾਂ ਦੇ ਨਾਮ ਦੀਆਂ ਕਸਮਾਂ ਖਾਂਦੇ ਸਨ। ਗੁਰਮੁਖਾਂ ਦੀਆਂ ਸਫਾਂ ਵਿੱਚ ਉਹਨਾਂ ਦੀਆਂ ਕਥਾ ਕਹਾਣੀਆਂ ਪੈਂਦੀਆਂ ਸੀ ਅਤੇ ਜੁੱਗੀ ਜੁਗਨੂ ਦਾ ਨਾਮ ਲੈ ਕੇ ਨਾਮ ਦੀ ਮਹਿਮਾ ਅਤੇ ਨਾਮ ਜਪਣ ਵਾਲਿਆਂ ਦੀ ਅਵਸਥਾ ਦਾ ਵਰਣਨ ਕੀਤਾ ਜਾਂਦਾ ਸੀ। ਜੁੱਗੀ ਜੁਗਨੂ ਦੇ ਪ੍ਰਾਣ ਪਖੇਰੂ ਜੁੱਗੀ ਤੇ ਜੁਗਨੂ ਦੇ ਪ੍ਰਾਣ ਪਖੇਰੂ ਤਾਂ ਭਾਵੇਂ ਉਡਾਰੀਆਂ ਮਾਰ ਚੁੱਕੇ ਸਨ, ਪਰ ਉਹਨਾਂ ਦੀ ਕੁਰਾਹੇ ਪਈ ਹੋਈ ਜ਼ਿੰਦਗੀ ਨੂੰ ਜੋ ਸੱਚ ਦਾ ਮਾਰਗ ਮਿਲਿਆ ਸੀ, ਉਹਨਾਂ ਨੂੰ ਜੋ ਝੂਠੇ ਨਸ਼ਿਆਂ ਅਤੇ ਵਿਕਾਰਾਂ ਭਰੀ ਜ਼ਿੰਦਗੀ ਦੇ ਨਤੀਜਿਆਂ ਤੋਂ ਬਾਅਦ ਜੋ ਸੱਚੇ ਨਾਮ ਦੀ ਖੁਮਾਰੀ ਚੜ੍ਹੀ ਸੀ, ਉਸ ਨੇ ਉਹਨਾਂ ਦੋਵਾਂ ਦੇ ਅੰਦਰ ਸੱਚਾ ਪਿਆਰ ਪੈਦਾ ਕਰਕੇ ਉਹਨਾਂ ਨੂੰ ਇੱਕ ਜਾਨ ਕਰ ਦਿੱਤਾ ਸੀ। ਇਸ ਤਰ੍ਹਾਂ ਉਹਨਾਂ ਵੱਲੋਂ ਸੱਚੇ ਪਿਆਰ ਦਾ ਪ੍ਰਗਟਾਵਾ ਕਰਨਾ ਅਤੇ ਇੱਕ ਸਾਥ ਪ੍ਰਾਣਾਂ ਦਾ ਤਿਆਗ ਕਰਨਾ ਉਹਨਾਂ ਨੂੰ ਅਮਰ ਕਰ ਗਿਆ ਸੀ। ਸੋ ਦੋਸਤੋ, ਇਹ ਸੀ ਮੇਰੀ ਲਿਖੀ ਕਹਾਣੀ ਸਵਾਸਾਂ ਦਾ ਸਫ਼ਰ। ਇਸ ਕਹਾਣੀ ਦਾ ਨਾਮ ਸਵਾਸਾਂ ਦਾ ਸਫ਼ਰ ਤਾਂ ਰੱਖਿਆ ਗਿਆ ਕਿ ਜੁਗਨੀ ਦੇ ਸਵਾਸਾਂ ਦਾ ਜਿਹੜਾ ਸਫ਼ਰ ਸੀ ਬੜਾ ਹੀ ਦੁਖਦਾਇਕ
ਤੇ ਘਾਲਣਾ ਘਾਲਣ ਵਾਲਾ ਸੀ। ਜੁਗਨੀ ਦੇ ਸਵਾਸਾਂ ਨੇ ਕਿੱਥੋਂ ਸਫ਼ਰ ਸ਼ੁਰੂ ਕੀਤਾ ਤੇ ਕਿੱਥੇ ਜਾ ਕੇ ਖਤਮ ਹੋਇਆ। ਵਿਸ਼ੇ ਵਿਕਾਰਾਂ ਭਰੀ ਜ਼ਿੰਦਗੀ ਜੁਗਨੂ ਦੀ ਸ਼ੁਰੂ ਹੋਈ। ਮਾੜੀ ਸੰਗਤ ਦਾ ਫਲ ਉਸ ਦੇ ਸਵਾਸਾਂ ਨੇ ਸ਼ੁਰੂ ਕੀਤਾ। ਫਿਰ ਹੌਲੀ ਹੌਲੀ ਉਸ ਦੇ ਪਾਪ ਕਰਮ, ਉਸ ਦੇ ਪਾਪਾਂ ਦਾ ਸਫ਼ਰ ਇੱਕ ਦਿਨ ਚਰਮ ਸੀਮਾ ਤੇ ਜਾ ਕੇ ਖਤਮ ਹੋ ਗਿਆ। ਫਿਰ ਅੱਗੋਂ ਇੱਕ ਭਲੇ ਪੁਰਸ਼ ਦੀ ਸੰਗਤ ਕਰਨ ਕਰਕੇ ਉਸ ਦੇ ਸਵਾਸਾਂ ਨੇ ਚੰਗਾ ਅਤੇ ਨਾਮ ਜਪਣ ਵਾਲਾ ਜੀਵਨ ਸ਼ੁਰੂ ਕੀਤਾ ਤੇ ਉਸ ਚੰਗੇ ਜੀਵਨ ਦੇ ਵਿੱਚ ਉਸ ਨੇ ਇੰਨੀ ਉੱਚੀ ਅਵਸਥਾ ਪ੍ਰਾਪਤ ਕੀਤੀ ਜੁਗਨੂ ਦੇ ਸਵਾਸਾਂ ਨੇ ਕਿ ਉਸ ਨੇ ਆਪਣੇ ਪਤੀ ਦੇ ਕੋਲ ਆ ਕੇ ਆਪਣੇ ਪ੍ਰਾਣ ਤਿਆਗ ਦਿੱਤੇ ਤੇ ਪਤੀ ਨੇ ਵੀ ਨਾਮ ਜਪ ਜਪ ਕੇ ਸੇਵਾ ਕਰ ਕਰਕੇ ਆਪਣੇ ਸਵਾਸਾਂ ਨੂੰ ਜੁਗਨੀ ਦੇ ਨਾਲ ਹੀ ਤੋਰ ਲਿਆ। ਸੋ ਇਹ ਸੀ ਸਵਾਸਾਂ ਦਾ ਸਫ਼ਰ। ਸੋ ਇਹ ਸੀ ਮੇਰੀ ਕਹਾਣੀ ਸਵਾਸਾਂ ਦਾ ਸਫ਼ਰ। ਸੋ ਇਹ ਕਹਾਣੀ ਇੱਥੇ ਹੀ ਖਤਮ ਹੁੰਦੀ ਹੈ। ਉਮੀਦ ਹੈ ਕਿ ਸਾਰਿਆਂ ਨੂੰ ਬਹੁਤ ਪਸੰਦ ਆਵੇਗੀ ਤੇ ਸਾਰੇ ਇਸ ਕਹਾਣੀ ਤੋਂ ਕੁਝ ਸਿੱਖਿਆ ਵੀ ਸਿੱਖੀਏ ਤੇ ਆਪਣੇ ਜੀਵਨ ਨੂੰ ਮਾੜੇ ਪਾਸੇ ਤੋਂ ਮੋੜ ਕੇ ਚੰਗੇ ਪਾਸੇ ਤੋਰਨ ਦੀ ਕੋਸ਼ਿਸ਼ ਕਰੀਏ। ਸਾਰੇ ਦੋਸਤਾਂ ਦਾ ਧੰਨਵਾਦ। ਸਤਿ ਸ੍ਰੀ ਅਕਾਲ।